ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਧੰਨਵਾਦ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅਤੇ ਆਪਣੇ ਘਰਾਂ ਦੇ ਵਿੱਚ ਸਾਡੇ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 7 ਅਧਿਆਏ ਦੀ 9 ਤੋਂ ਲੈ ਕੇ 14 ਆਇਤਾਂ ਦੇ ਵਚਨਾਂ ਉੱਤੇ ਚਰਚਾ ਕਰਦੇ ਆ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਦੇ ਉਸ ਦਰਸ਼ਨ ਦੇ ਬਾਰੇ ਗੌਰ ਕੀਤਾ ਜਿਸ ਨੂੰ ਉਹ ਸਮੇਂ ਦੇ ਪ੍ਰਾਚੀਨ ਦੇ ਰੂਪ ਵਿੱਚ ਬਿਆਨ ਕਰਦਾ ਹੈ। ਅਸੀਂ ਉਸ ਦੀ ਅਨੰਤਤਾ, ਉਸ ਦੀ ਪਵਿੱਤਰਤਾ, ਉਸ ਦਾ ਪ੍ਰਤਾਪ ਅਤੇ ਉਸ ਦੀ ਤਾਕਤ ਦੇ ਬਾਰੇ ਜਾਣਿਆ। ਅਸੀਂ ਮਸੀਹੀ ਵਿਰੋਧੀ ਦੇ ਬਾਰੇ ਵੀ ਜਾਣਿਆ। ਅੱਜ ਅਸੀਂ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਦੇ ਉੱਤੇ ਅਧਿਐਨ ਨੂੰ ਕਰਨਾ ਜਾਰੀ ਰੱਖਾਂਗੇ। ਅੱਜ ਅਸੀਂ ਸਮੇਂ ਦੇ ਪ੍ਰਾਚੀਨ ਦੀ ਪ੍ਰਭੂਤਾ ਬਾਰੇ ਜਾਣਾਂਗੇ। ਇਸ ਦੇ ਨਾਲ ਹੀ ਅਸੀਂ ਸਵਰਗ ਦੇ ਵਿੱਚ ਮਨੁੱਖ ਦੇ ਪੁੱਤਰ ਦੇ ਬਾਰੇ ਵੀ ਜਾਣਾਂਗੇ। ਸੋ ਦੋਸਤੋ, ਆਓ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ ਅਤੇ ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ।
ਮੇਰੀਆਂ ਤਾਂ ਦਿਲੋਂ ਦਵਾਵਾਂ ਨੇ ਤੇਰਾ ਮੁਖ ਮਸੀਹ ਦੇ ਵੱਲ ਹੋ, ਮੇਰੀਆਂ ਤਾਂ ਦਿਲੋਂ ਦਵਾਵਾਂ ਨੇ ਤੇਰਾ ਮੁਖ ਮਸੀਹ ਦੇ ਵੱਲ ਹੋ। ਫਿਰ ਅਜ਼ਮਾਇਸ਼ਾਂ ਦੇ ਪਰਬਤ ਤੇ ਕੋਈ ਵਿਰਲਾ ਕਦਮ ਟਿਕਾਵੇਗਾ। ਜਦ ਆਈਆਂ ਘੜੀਆਂ ਪਰਖਦੀਆਂ, ਆਈਆਂ ਘੜੀਆਂ ਪਰਖਦੀਆਂ, ਈਮਾਨ ਪਰਖਿਆ ਜਾਵੇਗਾ। तेरा ईमान, मेरा ईमान, ਤੇਰਾ ਈਮਾਨ ਮੇਰਾ ਜ਼ੁਲਮਾਂ ਨਾਲ ਭਰੀ ਕਚਹਿਰੀ ਦੇ, ਜ਼ੁਲਮਾਂ ਨਾਲ ਭਰੀ ਕਚਹਿਰੀ ਦੇ ਵਿੱਚ ਨਿਰਦੋਸ਼ਾਂ ਨੂੰ ਜਾਣਾ ਪਊ। ਨਫ਼ਰਤ ਦੀ ਅੱਗ ਨੂੰ ਸਹਿਣਾ ਪਊ, ਹਰ ਤੀਰ ਗਮਾਂ ਦਾ ਖਾਣਾ ਪਊ। ਨਫ਼ਰਤ ਦੀ ਅੱਗ ਨੂੰ ਸਹਿਣਾ ਪਊ, ਹਰ ਤੀਰ ਗਮਾਂ ਦਾ ਖਾਣਾ ਪਊ। ਫਿਰ ਬਣ ਦਿਲਦਾਰ ਅਜ਼ੀਜ਼ ਮਾਂ, ਫਿਰ ਬਣ ਦਿਲਦਾਰ ਅਜ਼ੀਜ਼ ਵਾਂਗ ਕੋਈ ਗੀਤ ਮਸੀਹ ਦੇ ਗਾਵੇਗਾ। ਜਦ ਆਈਆਂ ਘੜੀਆਂ ਪਰਖਦੀਆਂ, ਆਈਆਂ ਘੜੀਆਂ ਪਰਖਦੀਆਂ, ਈਮਾਨ ਪਰਖਿਆ ਜਾਵੇਗਾ। ਮੇਰਾ ਈਮਾਨ, ਮੇਰਾ ਈਮਾਨ, ਤੇਰਾ ਈਮਾਨ ਮੇਰਾ ਈਮਾਨ। ਜਿਵੇਂ ਸੋਨਾ ਅੱਗ ਵਿੱਚ ਪਰਖੀਦਾ, ਸੋਨਾ ਅੱਗ ਵਿੱਚ ਪਰਖੀਦਾ, ਇਨਸਾਨ ਪਰਖਿਆ ਜਾਵੇਗਾ। ਜਦ ਆਈਆਂ ਘੜੀਆਂ ਪਰਖਦੀਆਂ, ਆਈਆਂ ਘੜੀਆਂ ਪਰਖਦੀਆਂ, ਈਮਾਨ ਪਰਖਿਆ ਜਾਵੇਗਾ। ਭਾਗ ਸੱਸਾ ਉਸ ਦੀ ਪ੍ਰਭੁਤਾ। ਤਦ ਅਸੀਂ ਨਾ ਕੇਵਲ ਦਾਨੀਏਲ ਦੇ ਦਰਸ਼ਨਾਂ ਵਿੱਚ ਉਸ ਦੀ ਤਾਕਤ ਨੂੰ ਵੇਖਿਆ, ਪਰ ਅਸੀਂ ਉਸ ਦੀ ਪ੍ਰਭੁਤਾ ਨੂੰ ਵੀ ਵੇਖਦੇ ਹਾਂ। ਬਾਈਬਲ ਦੱਸਦੀ ਹੈ ਉਹਦੇ ਸਾਹਮਣੇ ਬਹੁਤ ਵੱਡੀ ਅਤੇ ਬਹੁਤ ਹੀ ਵੱਡੀ ਸੰਖਿਆ ਵਿੱਚ ਉਹਦੇ ਅੱਗੇ ਖਲੋਤੇ ਸਨ। ਹਜ਼ਾਰਾਂ ਹੀ ਹਜ਼ਾਰਾਂ ਸਵਰਗਦੂਤ ਉਸ ਦੀ ਸੇਵਾ ਟਹਿਲ ਕਰਦੇ ਸਨ। ਇਹ ਗੱਲ ਸਾਨੂੰ ਦੱਸਦੀ ਹੈ ਕਿ ਇੱਕ ਵੱਡੀ ਸੰਖਿਆ ਵਿੱਚ ਸਵਰਗਦੂਤ ਉਸ ਦੇ ਸਾਹਮਣੇ ਰਹਿੰਦੇ ਸਨ। ਜਰਾ ਇਸ ਦੇ ਬਾਰੇ ਸੋਚੋ। ਸਵਰਗਦੂਤਾਂ ਦੀ ਇੱਕ ਵੱਡੀ ਸੰਖਿਆ ਉਸ ਪ੍ਰਾਚੀਨ ਦੇ ਅੱਗੇ ਆਪਣਾ ਸਿਰ ਝੁਕਾਉਂਦੀ ਹੈ ਅਤੇ ਉਸ ਦੀ ਆਰਾਧਨਾ ਕਰਦੀ ਹੈ, ਜੋ ਉਸ ਦੀ ਪ੍ਰਭੁਤਾ ਦਾ ਇੱਕ ਚਿੰਨ੍ਹ ਹੈ, ਕਿਉਂ ਜੋ ਉਹ ਇਸ ਦੇ ਯੋਗ ਹੈ। ਆਪਣੇ ਪੂਰੇ ਅਧਿਕਾਰ ਅਤੇ ਪ੍ਰਭੁਤਾ ਦੇ ਕਰਕੇ ਉਹ ਕਿਤਾਬਾਂ ਖੋਲ੍ਹਣ ਜਾ ਰਿਹਾ ਹੈ। ਬਾਈਬਲ ਦੱਸਦੀ ਹੈ ਨਿਆਂ ਹੁੰਦਾ ਸੀ ਅਤੇ ਪੋਥੀਆਂ ਖੋਲ੍ਹੀਆਂ ਹੋਈਆਂ ਸਨ। ਇਹ ਲਿਖਤ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ਰ ਕੋਲ ਆਪਣੀਆਂ ਕਿਤਾਬਾਂ ਹਨ। ਕਿ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਦੀ ਆਪਣੀ ਇੱਕ ਲਾਇਬ੍ਰੇਰੀ ਹੈ। ਇਹ ਸੱਚ ਹੈ ਕਿ ਤੁਸੀਂ ਜਾਣਦੇ ਹੋ ਕਿ ਉਸ ਦੀ ਲਾਇਬ੍ਰੇਰੀ ਵਿੱਚ ਕਿਹੜੀਆਂ ਕਿਤਾਬਾਂ ਹਨ। ਮੈਂ ਤੁਹਾਨੂੰ ਕੁਝ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਮੈਂ ਉਹਨਾਂ ਸਾਰੀਆਂ ਕਿਤਾਬਾਂ ਦੇ ਬਾਰੇ ਤੇ ਨਹੀਂ ਜਾਣਦਾ ਜੋ ਪਰਮੇਸ਼ਰ ਦੀ ਲਾਇਬ੍ਰੇਰੀ ਵਿੱਚ ਹਨ, ਪਰ ਮੈਂ ਕੁਝ ਦੇ ਬਾਰੇ ਜਾਣਦਾ ਹਾਂ। ਮੂਸਾ ਵੀ ਇੱਕ ਦੇ ਬਾਰੇ ਜਾਣਦਾ ਸੀ, ਕਿਉਂ ਜੋ ਉਹ ਕੂਚ 32 ਦੇ ਵਚਨ ਵਿੱਚ ਆਖਦਾ ਹੈ, ਹੁਣ ਤੂੰ ਉਹਨਾਂ ਦਾ ਪਾਪ ਮਾਫ ਕਰੀ, ਔਰ ਜੇ ਨਹੀਂ ਤਾਂ ਆਪਣੀ ਪੋਥੀ ਵਿੱਚੋਂ ਜਿਹੜੀ ਤੈਂ ਲਿਖੀ ਹੈ ਮੈਨੂੰ ਮਿਟਾ ਸਿੱਟੀ। ਮੂਸਾ ਜਾਣਦਾ ਸੀ ਪਰਮੇਸ਼ਰ ਕੋਲ ਇਹ ਕਿਤਾਬ ਹੈ। ਜ਼ਬੂਰਾਂ ਦੀ ਪੋਥੀ 56 ਦੇ 8 ਵਚਨ। ਤੂੰ ਮੇਰੇ ਅਵਾਰਾ ਫਿਰਨ ਦਾ ਲੇਖਾ ਕਰਦਾ ਹੈ, ਮੇਰੀਆਂ ਹੰਝੂਆਂ ਨੂੰ ਕੁੱਪੀ ਵਿੱਚ ਰੱਖ ਛੱਡਦਾ ਹੈ। ਭਲਾ ਉਹ ਤੇਰੀ ਵਹੀ ਵਿੱਚ ਨਹੀਂ ਹਨ? ਕਿ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਤੁਹਾਡੀਆਂ ਪਰੇਸ਼ਾਨੀਆਂ ਦਾ ਵੀ ਲੇਖਾ ਰੱਖਦਾ ਹੈ। ਉਹ ਉਹਨਾਂ ਸਭ ਨੂੰ ਕਿਤਾਬ ਵਿੱਚ ਲਿਖ ਲੈਂਦਾ ਹੈ ਅਤੇ ਤੁਹਾਡੇ ਹੰਝੂਆਂ ਨੂੰ ਵੀ ਸੰਭਾਲ ਕੇ ਰੱਖਦਾ ਹੈ।
ਲਾਇਬ੍ਰੇਰੀ ਦੇ ਉੱਪਰਲੇ ਖਾਨੇ ਵਿੱਚ ਜੋ ਸਵਰਗ ਵਿੱਚ ਹੈ, ਪਰਮੇਸ਼ਰ ਨੇ ਕਿਤਾਬ ਰੱਖੀ ਹੋਈ ਹੈ ਜਿਸ ਦਾ ਨਾਮ ਹੈ ਸੰਤਾਂ ਦੇ ਹੰਝੂ। ਕਿਸੇ ਵੀ ਸਮੇਂ ਜਦ ਉਹ ਚਾਹੁੰਦਾ ਹੈ ਉਹ ਉਸ ਨੂੰ ਵੇਖ ਸਕਦਾ ਹੈ ਅਤੇ ਵੇਖਦਾ ਹੈ ਕਿ ਆਖਰੀ ਵਾਰ ਤੁਸੀਂ ਕਦੋਂ ਹੰਝੂ ਬਹਾਏ ਸਨ। ਹੁਣ ਅਸੀਂ ਮਲਾਕੀ 3 ਅਧਿਆਇ 16 ਨੂੰ ਪੜ੍ਹਦੇ ਹਾਂ, ਜੋ ਪਰਮੇਸ਼ਰ ਦੀ ਇੱਕ ਦੂਜੀ ਕਿਤਾਬ ਨੂੰ ਬਿਆਨ ਕਰਦਾ ਹੈ ਜੋ ਉਸ ਦੀ ਲਾਇਬ੍ਰੇਰੀ ਵਿੱਚ ਹੈ। ਯਹੋਵਾ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦੇ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਾਰੀ ਦੀ ਕਿਤਾਬ ਲਿਖੀ ਗਈ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਹਰੇਕ ਦਾ ਲੇਖਾ ਰੱਖਦਾ ਹੈ ਜੋ ਉਸ ਦਾ ਆਦਰ ਕਰਦੇ ਹਨ ਅਤੇ ਉਸ ਦਾ ਭੈ ਮੰਨਦੇ ਹਨ। ਯਾਦਗਾਰੀ ਦੀ ਕਿਤਾਬ ਜੋ ਉਸ ਦੇ ਭੈ ਮੰਨਣ ਵਾਲਿਆਂ ਲਈ ਹੈ। ਕੁਝ ਆਖਦੇ ਹਨ ਸਵਰਗ ਵਿੱਚ ਪਰਮੇਸ਼ਰ ਨੇ ਆਪਣੀ ਲਾਇਬ੍ਰੇਰੀ ਵਿੱਚ ਪੁਰਾਣੇ ਨੇਮ ਦੀ ਅਤੇ ਨਵੇਂ ਨੇਮ ਦੀ ਪੁਸਤਕ ਰੱਖੀ ਹੋਈ ਹੈ ਅਤੇ ਉਸ ਦੇ ਕੋਲ ਉਹ ਕਿਤਾਬ ਹੈ ਜਿਸ ਵਿੱਚ ਤੁਹਾਡੇ ਸਾਰੇ ਕੰਮਾਂ ਦਾ ਲੇਖਾ ਹੈ ਜੋ ਤੁਸੀਂ ਕੀਤੇ ਹਨ, ਅਤੇ ਇੱਕ ਹੋਰ ਕਿਤਾਬ ਹੈ ਜਿਸ ਵਿੱਚ ਉਹ ਸਾਰੇ ਸ਼ਬਦ ਹਨ ਜੋ ਤੁਸੀਂ ਬੋਲੇ ਹਨ, ਅਤੇ ਇੱਕ ਤੀਸਰੀ ਕਿਤਾਬ ਜਿਸ ਵਿੱਚ ਉਹ ਸਭ ਸੋਚਾਂ ਹਨ ਜੋ ਤੁਸੀਂ ਸੋਚੀਆਂ ਹਨ। ਅਸਲ ਵਿੱਚ ਜਦ ਅਸੀਂ ਪ੍ਰਕਾਸ਼ ਦੀ ਪੋਥੀ ਦੇ 20ਵੇਂ ਅਧਿਆਇ ਵਿੱਚ ਆਉਂਦੇ ਹਾਂ ਅਤੇ 12ਵੀਂ ਐਤ ਨੂੰ ਪੜ੍ਹਦੇ ਹਾਂ ਅਤੇ ਪੋਥੀਆਂ ਖੋਲੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲੀ ਗਈ ਅਤੇ ਮੁਰਦਿਆਂ ਦੇ ਨਿਆਂ ਪੋਥੀਆਂ ਵਿੱਚ ਲਿਖੀਆਂ ਹੋਈਆਂ ਗੱਲਾਂ ਤੋਂ ਉਹਨਾਂ ਦੀਆਂ ਕਰਨੀਆਂ ਕਰਕੇ ਕੀਤਾ ਗਿਆ। ਪਰਮੇਸ਼ਰ ਜਗਤ ਦੇ ਦੇਸ਼ਾਂ ਦਾ ਨਿਆਂ ਕਰੇਗਾ। ਜੋ ਜਗਤ ਦੇ ਨਿਰਦਾਈ ਦੇਸ਼ ਹਨ ਉਹ ਉਹਨਾਂ ਦੀਆਂ ਕਿਤਾਬਾਂ ਖੋਲ੍ਹਣ ਜਾ ਰਿਹਾ ਹੈ। ਉਹ ਉਹਨਾਂ ਦੇ ਕੰਮਾਂ ਦੇ ਬਾਰੇ ਪੜ੍ਹਨ ਜਾ ਰਿਹਾ ਹੈ ਜਿਨ੍ਹਾਂ ਨੇ ਉਸ ਦੀ ਨਿੰਦਿਆ ਕੀਤੀ ਹੈ। ਉਹ ਉਹਨਾਂ ਨੂੰ ਪੜ੍ਹਨ ਜਾ ਰਿਹਾ ਹੈ। ਉਹ ਉਹਨਾਂ ਦੀ ਮੂਰਤੀ ਪੂਜਾ ਦੇ ਬਾਰੇ ਪੜ੍ਹਨ ਜਾ ਰਿਹਾ ਹੈ। ਬੇਬੀਲੋਨ, ਮਾਦੀ ਫਾਰਸੀ, ਯੂਨਾਨ ਅਤੇ ਰੋਮ ਪਰਮੇਸ਼ਰ ਦੇ ਨਿਆਂ ਸਭਾ ਵਿੱਚ ਖੜੇ ਹੋਣ ਜਾ ਰਹੇ ਹਨ ਅਤੇ ਉਹ ਉਹਨਾਂ ਦੇ ਕੰਮਾਂ ਨੂੰ ਪ੍ਰਗਟ ਕਰਕੇ ਉਹਨਾਂ ਉੱਤੇ ਦੋਸ਼ ਲਗਾਏਗਾ ਅਤੇ ਨਿਆਂ ਕਰੇਗਾ। ਮੈਂ ਆਖਦਾ ਹਾਂ ਤੁਸੀਂ ਉਸੇ ਤਸਵੀਰ ਨੂੰ ਆਪਣੇ ਮਨ ਦੀਆਂ ਅੱਖਾਂ ਵਿੱਚ ਲਿਆ ਕੇ ਸਕਰੀਨ ਦੇ ਫਿਰ ਦੋਹਾਂ ਭਾਗਾਂ ਨੂੰ ਵੇਖੋ। ਹੇਠਲੇ ਹਿੱਸੇ ਵਿੱਚ ਧਰਤੀ ਦਾ ਰੌਲਾ ਰੱਪਾ, ਦੇਸ਼ਾਂ ਦਾ ਉੱਠਣਾ ਤੇ ਡਿੱਗਣਾ, ਜੰਗਲੀਆਂ ਦਾ ਇੱਕ ਦੂਜੇ ਨੂੰ ਨਿਗਲ ਜਾਣਾ, ਅਤੇ ਉਸੇ ਤਸਵੀਰ ਵਿੱਚ ਉੱਪਰਲੇ ਹਿੱਸੇ ਵਿੱਚ ਸਮੇਂ ਦੇ ਪ੍ਰਚੀਰ ਨੂੰ ਆਪਣੀ ਮਹਿਮਾ ਵਿੱਚ ਆਪਣੇ ਸਿਆਸਨ ਤੇ ਬੈਠਾ ਹੋਇਆ ਵੇਖੋ। ਉਹ ਕਿਤਾਬਾਂ ਖੋਲ੍ਹ ਰਿਹਾ ਅਤੇ ਸਭ ਕੁਝ ਉਸ ਦੇ ਵੱਸ ਵਿੱਚ ਹੈ। ਹੁਣ ਜਲਦੀ ਹੀ ਤੁਸੀਂ ਇਸ ਐਤ ਦੇ ਅੰਤ ਵਿੱਚ ਵੇਖੋ ਜਿੱਥੇ ਕੁਝ ਬਦਲਾਅ ਹੈ। ਉਸ ਦੀ ਅਗਲੀ ਐਤ ਵਿੱਚ ਅਸੀਂ ਫਿਰ ਵਾਪਸ ਧਰਤੀ ਉੱਪਰ ਆਉਂਦੇ ਹਾਂ। ਇਹ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਪਰਮੇਸ਼ਰ ਸਾਨੂੰ ਆਖਦਾ ਹੈ। ਠੀਕ ਹੈ, ਕਾਫੀ ਦੇਰ ਤੱਕ ਤੁਸੀਂ ਸਕਰੀਨ ਦੇ ਉੱਪਰਲੇ ਹਿੱਸੇ ਨੂੰ ਵੇਖਿਆ। ਮੈਂ ਚਾਹੁੰਦਾ ਹਾਂ ਤੁਸੀਂ ਹੁਣ ਸਕਰੀਨ ਦੇ ਹੇਠਲੇ ਹਿੱਸੇ ਵਿੱਚ ਕੁਝ ਵੇਖੋ। ਐਤ 11 ਤੇ 12 ਦੱਸਦੀ ਹੈ ਕਿ ਉਹ ਦਰਿੰਦਾ ਮਾਰਿਆ ਗਿਆ। ਉਹ ਦਰਿੰਦਾ ਕੌਣ ਹੈ? ਉਹ ਦਰਿੰਦਾ ਮਸੀਹ ਵਿਰੋਧੀ ਹੈ। ਉਸ ਦਾ ਸਰੀਰ ਅੱਗ ਵਿੱਚ ਸੁੱਟਿਆ ਗਿਆ। ਐਤ 11 ਵਿੱਚ ਅਸੀਂ ਪਰਮੇਸ਼ਰ ਦੀ ਪ੍ਰਭੁਤਾ ਨੂੰ ਵੇਖਦੇ ਹਾਂ ਜਦ ਉਹ ਮਾਰਿਆ ਗਿਆ ਅਤੇ ਉਹਦੇ ਸਰੀਰ ਨੂੰ ਬਲ ਦੇ ਭਾਂਬੜ ਵਿੱਚ ਸੁੱਟਿਆ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ। ਬਾਈਬਲ ਦੱਸਦੀ ਹੈ ਮਸੀਹ ਵਿਰੋਧੀ ਦਾ ਸਰੀਰ ਨਾਸ਼ ਹੋ ਗਿਆ। ਇਹ ਸ਼ੈਤਾਨ ਮਨੁੱਖ ਧਰਤੀ ਤੇ 3.5 ਸਾਲ ਪ੍ਰਭੁਤਾ ਕਰਨ ਜਾ ਰਿਹਾ ਸੀ ਅਤੇ ਉਸ ਦਾ ਨਾਸ਼ ਜਗਤ ਦੇ ਵੱਡੇ ਨਿਆਈ ਨੇ ਉਸ ਨੂੰ ਨਾਸ਼ ਕਰਕੇ ਨਿਆਂ ਕਰ ਦਿੱਤਾ। ਫਿਰ ਬਾਈਬਲ ਦੱਸਦੀ ਹੈ ਉਸ ਨੂੰ ਬਲ ਦੇ ਭਾਂਬੜ ਦੀ ਝੀਲ ਦੇ ਵਿੱਚ ਸੁੱਟਿਆ ਗਿਆ। ਉਹ ਪਹਿਲਾ ਵਿਅਕਤੀ ਕਿਹੜਾ ਹੈ ਜਿਸ ਨੂੰ ਅੱਗ ਦੀ ਝੀਲ ਵਿੱਚ ਸੁੱਟਿਆ ਜਾਏਗਾ? ਸ਼ੈਤਾਨ? ਨਹੀਂ, ਉਹ ਨਹੀਂ ਹੈ, ਕਿਉਂਕਿ ਅਸੀਂ ਜਾਣਦੇ ਹਾਂ ਸ਼ੈਤਾਨ ਇਸ ਸਮੇਂ ਦੇ ਬਾਅਦ ਪ੍ਰਗਟ ਹੁੰਦਾ ਹੈ। ਅਜੇ ਉਹ ਅੱਗ ਵਿੱਚ ਨਹੀਂ ਹੈ। ਜੋ ਸਭ ਤੋਂ ਪਹਿਲਾਂ ਅੱਗ ਦੀ ਝੀਲ ਵਿੱਚ ਸੁੱਟੇ ਜਾਣਗੇ ਉਹ ਦਰਿੰਦਾ ਅਤੇ ਝੂਠੇ ਨਬੀ ਹੋਣਗੇ। ਇਸ ਗੱਲ ਦਾ ਸਬੂਤ ਤੁਸੀਂ ਪ੍ਰਕਾਸ਼ ਦੀ ਪੋਥੀ 19 ਅਧਿਆਇ 20 ਵਿੱਚ ਵੇਖ ਸਕਦੇ ਹੋ। ਝੂਠਾ ਨਬੀ ਅਤੇ ਉਹ ਜਿਨ੍ਹਾਂ ਨੂੰ ਉਸ ਨੇ ਭਰਮਾ ਛੱਡਿਆ ਸੀ, ਜੋ ਉਸ ਦੀ ਮੂਰਤੀ ਪੂਜਾ ਕਰਦੇ ਸਨ, ਅੱਗ ਦੀ ਝੀਲ ਵਿੱਚ ਸੁੱਟ ਦਿੱਤੇ ਗਏ ਕਿਉਂ ਜੋ ਸਵਰਗ ਦੇ ਨਿਆਈ ਨੇ ਉਹਨਾਂ ਨੂੰ ਪਾਪ ਦਾ ਦੋਸ਼ੀ ਕਰਾਰ ਦਿੱਤਾ। ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ। ਨੰਬਰ 2, ਸਵਰਗ ਵਿੱਚ ਮਨੁੱਖ ਦਾ ਪੁੱਤਰ। ਹੁਣ ਅਚਾਨਕ ਅਸੀਂ ਵਾਪਸ ਸਵਰਗ ਵਿੱਚ ਚੱਲਦੇ ਹਾਂ ਅਤੇ ਐਤ 13 ਨੂੰ ਪੜ੍ਹਦੇ ਹਾਂ। ਮੈਂ ਰਾਤ ਦੀਆਂ ਦ੍ਰਿਸ਼ਟੀਆਂ ਵਿੱਚ ਡਿੱਠਾ ਅਤੇ ਵੇਖੋ ਇੱਕ ਜਣਾ ਮਨੁੱਖ ਦੇ ਪੁੱਤਰ ਵਰਗਾ ਆਕਾਸ਼ ਦੇ ਬੱਦਲਾਂ ਸਣੇ ਆਇਆ ਅਤੇ ਅਤ ਪ੍ਰਾਚੀਨ ਤੱਕ ਅੱਪੜਿਆ ਅਤੇ ਉਹ ਉਹਨੂੰ ਉਸ ਦੇ ਅੱਗੇ ਲਿਆਏ। ਐਤ 13 ਅਤੇ 10 ਦੇ ਬਾਅਦ ਆਉਂਦੀ ਹੈ ਅਤੇ ਐਤ 11 ਤੇ 12 ਦਾ ਵਿਰਾਮ ਹੈ, ਜਿਸ ਤਰ੍ਹਾਂ ਕਿ ਬੋਲਣ ਵਾਲਾ ਅੰਤ ਕਰਨ ਲਈ ਕੁਝ ਦੇਰ ਠਹਿਰਦਾ ਹੈ। ਇਸ ਦੌਰਾਨ ਅਸੀਂ ਵਾਪਸ ਧਰਤੀ ਉੱਤੇ ਐਤ 13 ਅਤੇ 10 ਦੇ ਬਾਅਦ ਆਉਂਦੀ ਹੈ ਅਤੇ ਅਸੀਂ ਅਤ ਪ੍ਰਾਚੀਨ ਦੇ ਸਿਆਸਨ ਦੀ ਮਹਿਮਾ ਦੇ ਅੱਗੇ ਹਾਂ ਅਤੇ ਅਸੀਂ ਜਦ ਐਤ 13 ਵਿੱਚ ਆਉਂਦੇ ਹਾਂ ਤਾਂ ਵੇਖਦੇ ਹਾਂ ਇਸ ਦੇ ਬਾਅਦ ਕੀ ਹੋਣ ਜਾ ਰਿਹਾ ਹੈ।
ਸ਼ਾਸਤਰ ਦੱਸਦਾ ਹੈ ਜਦ ਪਰਮੇਸ਼ਰ ਆਪਣੇ ਸਿਆਸਨ ਤੇ ਵਿਰਾਜਮਾਨ ਹੈ, ਮਨੁੱਖ ਦਾ ਪੁੱਤਰ ਹੁਣ ਨਿਉ ਕਰਨ ਜਾ ਰਿਹਾ ਹੈ ਅਤੇ ਇਸ ਲਈ ਉਸ ਨੂੰ ਅਤ ਪ੍ਰਾਚੀਨ ਦੇ ਸਾਹਮਣੇ ਲਿਆਂਦਾ ਗਿਆ। ਜੇ ਤੁਸੀਂ ਭਵਿੱਖਬਾਣੀ ਦੇ ਵਿਦਿਆਰਥੀ ਹੁੰਦੇ ਤਾਂ ਇੱਕਦਮ ਸਮਝ ਜਾਂਦੇ ਕਿ ਯਿਸੂ ਮਸੀਹ ਦਾ ਨਾਮ ਹੀ ਭਵਿੱਖਬਾਣੀ ਦੇ ਸੰਦੇਸ਼ ਵਿੱਚ ਮਨੁੱਖ ਦਾ ਪੁੱਤਰ ਕਰਕੇ ਸੱਦਿਆ ਜਾਂਦਾ ਹੈ। ਜਦ ਉਸ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਜਾਂਦਾ ਹੈ ਤਾਂ ਇਹ ਉਸ ਦੀ ਪ੍ਰਭੁਤਾ ਹੈ। ਜਦ ਉਸ ਨੂੰ ਦਾਊਦ ਦਾ ਪੁੱਤਰ ਕਿਹਾ ਜਾਂਦਾ ਹੈ ਤਾਂ ਇਹ ਉਸ ਦੀ ਬਾਦਸ਼ਾਹਤ ਹੈ। ਜਦ ਉਸ ਨੂੰ ਮਨੁੱਖ ਦਾ ਪੁੱਤਰ ਆਖਿਆ ਜਾਂਦਾ ਹੈ ਤਾਂ ਇਹ ਉਸ ਦੀ ਮਨੁੱਖਤਾ ਹੈ। ਮਨੁੱਖ ਦੇ ਰੂਪ ਵਿੱਚ ਅਸੀਂ ਉਸ ਨੂੰ ਮਨੁੱਖ ਦਾ ਪੁੱਤਰ ਆਖਦੇ ਹਾਂ। ਉਸ ਨੂੰ ਹੀ ਜਗਤ ਦਾ ਨਿਆਂ ਕਰਨ ਦਾ ਮੌਕਾ ਦਿੱਤਾ ਗਿਆ ਅਤੇ ਸ਼ਾਸਤਰ ਦੱਸਦਾ ਹੈ ਕਿ ਉਹ ਸਵਰਗ ਵਿੱਚ ਪਰਮੇਸ਼ਰ ਦੇ ਸਾਹਮਣੇ ਆਉਂਦਾ ਹੈ। ਮੈਂ ਇੱਥੇ ਪੁਰਾਣੇ ਨੇਮ ਦੀ ਕਿਤਾਬ ਜ਼ਬੂਰਾਂ ਦੀ ਪੋਥੀ ਦਾ ਹਵਾਲਾ ਦੇਣਾ ਚਾਹੁੰਦਾ ਹਾਂ। ਜ਼ਬੂਰਾਂ ਦੀ ਪੋਥੀ 2 ਅਧਿਆਏ 8 ਦੱਸਦੀ ਹੈ, ਪਰਮੇਸ਼ਰ ਗੱਲਬਾਤ ਕਰ ਰਿਹਾ ਹੈ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਯਿਸੂ ਮਸੀਹ ਨਾਲ ਗੱਲਬਾਤ ਕਰ ਰਿਹਾ ਹੈ। ਉਹ ਆਖਦਾ ਹੈ, ਮੇਰੇ ਤੋਂ ਮੰਗ ਅਤੇ ਮੈਂ ਕੌਮਾਂ ਤੇਰੀ ਮਿਰਾਸ ਵਿੱਚ ਅਤੇ ਧਰਤੀ ਦੇ ਕੰਢੇ ਤੇਰੀ ਮਿਲਕ ਕਰ ਦਿਆਂਗਾ। ਇਹ ਹੀ ਹੁਣ ਸਭ ਕੁਝ ਇੱਥੇ ਹੋਣ ਜਾ ਰਿਹਾ ਹੈ। ਯਿਸੂ ਮਸੀਹ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਰ ਪਿਤਾ ਅਤ ਮਹਾਨ ਦੇ ਸਾਹਮਣੇ ਲਿਆਂਦਾ ਗਿਆ। ਉਹ ਸਿਆਸਨ ਦੇ ਸਾਹਮਣੇ ਖਲੋ ਗਿਆ ਅਤੇ ਪਰਮੇਸ਼ਰ ਪਿਤਾ ਜਗਤ ਦੇ ਸਾਰੇ ਦੇਸ਼ ਉਸ ਨੂੰ ਦੇਣ ਜਾ ਰਿਹਾ ਹੈ ਤਾਂ ਕਿ ਉਹ ਪੁਰਾਣੇ ਨੇਮ ਦੀ ਜ਼ਬੂਰਾਂ ਦੀ ਪੋਥੀ ਵਿੱਚ ਲਿਖੀ ਹੋਈ ਗੱਲ ਨੂੰ ਪੂਰਾ ਕਰੇ। ਪ੍ਰਕਾਸ਼ ਦੀ ਪੋਥੀ ਇਸ ਨੂੰ ਇਸ ਤਰ੍ਹਾਂ ਆਖਦੀ ਹੈ, ਫਿਰ 7ਵੇਂ ਦੂਤ ਨੇ ਤੁਰੀ ਬਜਾਈ ਤਾਂ ਸਵਰਗ ਵਿੱਚ ਵੱਡੀ ਆਵਾਜ਼ ਇਹ ਆਖਦੇ ਆਈ, ਜਗਤ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਹਦੇ ਮਸੀਹ ਦਾ ਹੋ ਗਿਆ ਹੈ ਅਤੇ ਉਹ ਜੁਗੋਂ ਜੁਗ ਰਾਜ ਕਰੇਗਾ। ਜ਼ਬੂਰਾਂ ਦੀ ਪੋਥੀ 72 ਅਧਿਆਏ 11 ਵਚਨ ਇਸ ਤਰ੍ਹਾਂ ਬਿਆਨ ਕਰਦਾ ਹੈ, ਸਗੋਂ ਸਾਰੇ ਰਾਜੇ ਉਸ ਦੇ ਅੱਗੇ ਮੱਥਾ ਟੇਕਣਗੇ, ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ। ਪ੍ਰਕਾਸ਼ ਦੀ ਪੋਥੀ 19 ਅਧਿਆਏ 15 ਤੋਂ 16 ਵਚਨ ਇਸ ਨੂੰ ਇਸ ਤਰ੍ਹਾਂ ਆਖਦਾ ਹੈ, ਅਤੇ ਉਹਦੇ ਮੂੰਹ ਦੇ ਵਿੱਚੋਂ ਇੱਕ ਤਿੱਖੀ ਤਲਵਾਰ ਨਿਕਲਦੀ ਹੈ, ਭਾਈ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ ਅਤੇ ਉਹ ਪਰਮੇਸ਼ਰ ਸਰਬਸ਼ਕਤੀਮਾਨ ਦੇ ਅਤ ਵੱਡੇ ਕ੍ਰੋਧ ਦੀ ਮੈਅ ਦੇ ਚਬੂਚੇ ਨੂੰ ਲਤਾੜੇਗਾ। ਉਹਦੇ ਬਸਤਰ ਉੱਤੇ ਅਤੇ ਉਹਦੇ ਪੱਟ ਦੇ ਉੱਤੇ ਇਹ ਨਾਮ ਲਿਖਿਆ ਹੋਇਆ ਹੈ, ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ। ਅਤੇ ਹੁਣ ਉਹ ਜਗਤ ਦੇ ਦੇਸ਼ਾਂ ਵਿੱਚ ਜਾਂਦਾ ਹੈ ਅਤੇ ਉਹਨਾਂ ਦਾ ਨਿਆਂ ਕਰਦਾ ਹੈ ਅਤੇ ਉਹ ਹੁਣ ਆਪਣੇ ਆਪ ਨੂੰ ਉਹਨਾਂ ਤੇ ਪ੍ਰਗਟ ਕਰਦਾ ਹੈ ਕਿ ਪ੍ਰਭੂ ਯਿਸੂ ਮਸੀਹ ਹੀ ਰਾਜਿਆਂ ਦਾ ਰਾਜਾ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਤੁਸੀਂ ਪੁੱਛ ਸਕਦੇ ਹੋ, ਉਸ ਨੂੰ ਇਹ ਅਧਿਕਾਰ ਕਿਸ ਤਰ੍ਹਾਂ ਮਿਲਿਆ ਹੈ? ਇੱਕ ਦਿਨ ਉਹ ਅਤਿਮਹਾਨ ਪਿਤਾ ਪਰਮੇਸ਼ਰ ਦੇ ਸਾਹਮਣੇ ਖਲੋਤਾ ਹੋਇਆ ਅਤੇ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਪਿਤਾ ਨੇ ਆਪਣਾ ਉੱਤਰ ਅਧਿਕਾਰ, ਮਹਿਮਾ ਅਤੇ ਰਾਜ ਅਤੇ ਸਾਰੇ ਲੋਕ ਅਤੇ ਸਾਰੇ ਦੇਸ਼ ਅਤੇ ਸਾਰੀਆਂ ਬੋਲੀਆਂ ਉਸ ਨੂੰ ਦੇ ਦਿੱਤੀਆਂ ਅਤੇ ਉਸ ਦਾ ਇਹ ਰਾਜ ਕਦੇ ਨਾਸ਼ ਨਾ ਹੋਵੇਗਾ ਅਤੇ ਉਹ ਸਦਾ ਸਦਾ ਲਈ ਰਾਜ ਕਰੇਗਾ ਅਤੇ ਇਹ ਸਭ ਕੁਝ ਅਸੀਂ ਵੇਖਾਂਗੇ ਜਦ ਯਿਸੂ ਮਸੀਹ ਰਾਜ ਕਰੇਗਾ। ਨੰਬਰ 3, ਮਸੀਹ ਦੇ ਰਾਜ ਦੀ ਵਿਸ਼ੇਸ਼ਤਾਵਾਂ। ਅਤੇ ਇਸ ਲਈ ਹੁਣ ਸੰਖੇਪ ਵਿੱਚ ਅਸੀਂ ਆਖਰੀ ਐਤ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਚਾਹੁੰਦਾ ਹਾਂ ਕਿ ਥੋੜ੍ਹੀ ਦੇਰ ਲਈ ਤੁਹਾਡੇ ਨਾਲ ਇਸ ਦੇ ਬਾਰੇ ਗੱਲਬਾਤ ਕਰਾਂ ਕਿ ਯਿਸੂ ਮਸੀਹ ਦਾ ਰਾਜ ਮਨੁੱਖ ਦੇ ਰਾਜ ਤੋਂ ਕਿਸ ਤਰ੍ਹਾਂ ਉੱਪਰ ਹੈ। ਹਰੇਕ ਤਰ੍ਹਾਂ ਇਹ ਬਹੁਤ ਅੱਛਾ ਅਤੇ ਮਹਾਨ ਹੈ। ਭਾਗ ਊੜਾ, ਮਸੀਹ ਦਾ ਰਾਜ ਅਸੀਮਤ ਹੈ। ਸਭ ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਧਿਆਨ ਦਿਓ ਕਿ ਮਸੀਹ ਦਾ ਰਾਜ ਅਸੀਮਤ ਹੈ। ਇਸ ਜਗਤ ਦਾ ਰਾਜ ਖਤਮ ਹੋ ਸਕਦਾ ਹੈ। ਮੇਰੇ ਕਹਿਣ ਦਾ ਮਤਲਬ ਹੈ, ਇਸ ਜਗਤ ਦੀ ਸ਼ਕਤੀ ਸਮਾਪਤ ਹੋ ਸਕਦੀ ਹੈ। ਬਾਈਬਲ ਦੱਸਦੀ ਹੈ ਕਿ ਇਹ ਰਾਜ ਯਿਸੂ ਮਸੀਹ ਨੂੰ ਦੇ ਦਿੱਤਾ ਗਿਆ। ਰਾਜ ਦਾ ਕੁਝ ਹਿੱਸਾ ਨਹੀਂ, ਪਰ ਪੂਰਾ ਰਾਜ ਬਿਨਾਂ ਕਿਸੇ ਸੀਮਾ ਦੇ। ਉਹ ਸੰਪੂਰਨ ਬਾਦਸ਼ਾਹ ਹੈ, ਨਬੂਕਦਨੇਜ਼ਰ ਦੀ ਤਰ੍ਹਾਂ ਨਹੀਂ ਜੋ ਬੇਬੀਲੋਨ ਦਾ ਸੁਤੰਤਰ ਬਾਦਸ਼ਾਹ ਸੀ। ਯਿਸੂ ਮਸੀਹ ਜਗਤ ਦਾ ਸੰਪੂਰਨ ਬਾਦਸ਼ਾਹ ਹੈ। ਉਸ ਦੀ ਬਾਦਸ਼ਾਹੀ ਦੀ ਕੋਈ ਸੀਮਾ ਨਹੀਂ ਹੈ। ਭਾਗ ਐੜਾ, ਮਸੀਹ ਦਾ ਰਾਜ ਅਦੁੱਤੀ ਹੈ। ਦੂਸਰੀ ਗੱਲ, ਮਸੀਹ ਦਾ ਰਾਜ ਅਦੁੱਤੀ ਹੈ, ਜਦ ਕਿ ਜਗਤ ਦੇ ਰਾਜ ਆਪਣੀ ਹੀ ਕਿਸਮ ਦੇ ਹੁੰਦੇ ਹਨ। ਬਾਈਬਲ ਦੱਸਦੀ ਹੈ, ਯਿਸੂ ਮਸੀਹ ਨੂੰ ਰਾਜ ਅਤੇ ਮਹਿਮਾ ਦਿੱਤੀ ਗਈ। ਯਿਸੂ ਦੇ ਰਾਜ ਦੀ ਇਹੋ ਹੀ ਭਿੰਨਤਾ ਹੈ, ਉਸ ਦਾ ਰਾਜ ਆਪਣੀ ਹੀ ਕਿਸਮ ਦਾ ਨਹੀਂ ਹੈ। ਇਹ ਰਾਜ ਪਰਮੇਸ਼ਰ ਦੀ ਮਹਿਮਾ ਦੇ ਲਈ ਹੈ। ਇਹ ਮਹਿਮਾ ਭਰਿਆ ਰਾਜ ਹੈ। ਭਾਗ ਈੜੀ, ਮਸੀਹ ਦੇ ਰਾਜ ਦੀ ਇੱਕ ਰੂਪਤਾ। ਹੁਣ ਤੀਸਰੀ ਗੱਲ, ਉਸ ਦਾ ਰਾਜ ਇੱਕ ਰੂਪ ਦਾ ਹੈ, ਜਦ ਕਿ ਜਗਤ ਦੇ ਰਾਜ ਫਟੇ ਹੋਏ ਹਨ। ਕਿ ਤੁਸੀਂ ਕਦੇ ਇਹੋ ਜਿਹੀ ਚੀਜ਼ ਵੇਖੀ ਹੈ, ਜਿਵੇਂ ਅਸੀਂ ਦਾਨੀਏਲ ਦੀ ਕਿਤਾਬ ਵਿੱਚ ਪੜ੍ਹਿਆ ਹੈ ਕਿ ਉਸ ਸਮੇਂ ਦੇ ਰਾਜ ਵਿੱਚ ਆਪਸ ਵਿੱਚ ਉਪਦਰਵ ਅਤੇ ਦਰਾੜ ਅੱਗੇ ਵਧਣ ਦੀ ਦੌੜ ਸੀ। ਰੋਮ ਰਾਜ ਦਾ ਸਥਾਪਿਤ ਹੋਣ ਦੇ ਬਾਅਦ ਵੀ ਇਹੀ ਗੱਲਾਂ ਨਾ ਰੁਕੀਆਂ, ਅੱਜ ਤੱਕ ਇਸ ਤਰ੍ਹਾਂ ਹੀ ਹੁੰਦਾ ਆ ਰਿਹਾ ਹੈ।
ਇੱਕ ਦਿਨ ਮੈਂ ਅਖਬਾਰ ਵਿੱਚ ਪੜ੍ਹਿਆ ਕਿ ਉਹਨਾਂ ਨੇ ਜੰਗ ਜਿੱਤ ਲਈ ਹੈ, ਅਤੇ ਦੂਜੇ ਦਿਨ ਮੈਂ ਪੜ੍ਹਿਆ ਅਤੇ ਵੇਖਿਆ ਨਹੀਂ, ਉਹਨਾਂ ਨੇ ਜੰਗ ਨਹੀਂ ਜਿੱਤੀ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਕੁਝ ਸਮੇਂ ਲਈ ਸੰਧੀ ਹੋ ਗਈ ਹੈ, ਅਤੇ ਦੂਜੇ ਦਿਨ ਮੈਂ ਵੇਖਿਆ ਸੰਧੀ ਦੀ ਉਪਚਾਰ ਕੀਤਾ ਪੂਰਾ ਨਹੀਂ ਹੋਈ। ਅੱਜ ਦੇ ਜਗਤ ਵਿੱਚ ਮਨੁੱਖਾਂ ਦੀ ਸਰਕਾਰ ਵਿੱਚ ਉਪਦਰਵ ਅਤੇ ਦਰਾੜ ਹੈ, ਪਰ ਸ਼ਾਸਤਰ ਦੱਸਦਾ ਹੈ ਜਦ ਮਸੀਹ ਦੁਬਾਰਾ ਆਵੇਗਾ ਤਾਂ ਉਹ ਪੂਰੇ ਜਗਤ ਤੇ ਰਾਜ ਕਰੇਗਾ, ਕੋਈ ਉਸ ਦਾ ਵਿਰੋਧ ਨਾ ਕਰੇਗਾ, ਚਾਰੇ ਪਾਸੇ ਉਸ ਦੀ ਹੀ ਪ੍ਰਭੁਤਾ ਰਹੇਗੀ। ਭਾਗ ਸੱਸਾ, ਮਸੀਹ ਦਾ ਰਾਜ ਸਰਬ ਵਿਆਪਕ ਹੈ। ਹੁਣ ਮੈਂ ਤੁਹਾਨੂੰ ਚੌਥੀ ਗੱਲ ਦੱਸਣ ਜਾ ਰਿਹਾ ਹਾਂ। ਯਿਸੂ ਦਾ ਰਾਜ ਪੂਰੇ ਜਗਤ ਵਿੱਚ ਹੈ। ਇਸ ਜਗਤ ਦੇ ਰਾਜ ਤਾਂ ਵੰਡੇ ਹੋਏ ਹਨ। ਬਾਈਬਲ ਦੱਸਦੀ ਹੈ ਉਸ ਦਾ ਰਾਜ ਸਭ ਲੋਕਾਂ ਉੱਤੇ ਅਤੇ ਸਭ ਦੇਸ਼ਾਂ ਉੱਤੇ ਅਤੇ ਸਭ ਬੋਲੀਆਂ ਉੱਤੇ ਹੈ, ਅਤੇ ਸਭ ਲੋਕ ਉਸ ਦੀ ਸੇਵਾ ਟਹਿਲ ਕਰਨਗੇ। ਤੁਸੀਂ ਪੁੱਛ ਸਕਦੇ ਹੋ ਕਿੰਨੇ ਪਾਸਟਰ? ਉਹ ਸਭ ਇੱਥੇ ਤੱਕ ਕਿ ਸਭ ਤੋਂ ਵੱਡੇ ਰਾਜ ਬੇਬੀਲੋਨ ਅਤੇ ਰੋਮ ਅਤੇ ਯੂਨਾਨ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਹੈ, ਉਹ ਵੀ ਉਸ ਦੀ ਅਧੀਨਤਾ ਵਿੱਚ ਹੋਣਗੇ। ਪਰ ਜਦ ਯਿਸੂ ਆਪਣੇ ਰਾਜ ਸਥਾਪਿਤ ਕਰੇਗਾ ਤਾਂ ਉਸ ਦਾ ਇਹ ਰਾਜ ਪੂਰਬ ਤੋਂ ਪੱਛਮ, ਤੋਂ ਪੂਰਬ ਤੋਂ ਦੱਖਣ ਅਤੇ ਜਗਤ ਦੇ ਹਰੇਕ ਕੋਨੇ ਉਸ ਦੇ ਅਧੀਨ ਹੋਣਗੇ, ਅਤੇ ਕੋਈ ਜਗ੍ਹਾ ਇਹੋ ਜਿਹੀ ਨਹੀਂ ਹੋਵੇਗੀ ਜੋ ਉਸ ਦੇ ਰਾਜ ਤੋਂ ਬਾਹਰ ਹੋਵੇ। ਮਸੀਹ ਦਾ ਰਾਜ ਪੂਰੇ ਜਗਤ ਵਿੱਚ ਸਰਬ ਵਿਆਪਕ ਹੋਵੇਗਾ। ਭਾਗ ਹਾਹਾ, ਮਸੀਹ ਦੇ ਰਾਜ ਦਾ ਅਨੰਤ। ਸਾਡੇ ਪ੍ਰਭੂ ਦਾ ਰਾਜ ਅਨੰਤ ਹੈ, ਜਦ ਕਿ ਜਗਤ ਦੇ ਰਾਜ ਕੁਝ ਸਮੇਂ ਲਈ ਹੁੰਦੇ ਹਨ। ਉਸ ਦਾ ਰਾਜ ਸਦਾ ਦਾ ਰਾਜ ਹੈ, ਜੋ ਕਦੇ ਬੀਤਦਾ ਨਹੀਂ। ਅਸੀਂ ਵੇਖ ਚੁੱਕੇ ਹਾਂ ਕਿ ਬੈਬੀਲੋਨ ਦੇ ਰਾਜ ਨੂੰ ਕੋਈ ਤਾਕਤ ਦੁਆਰਾ ਇਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਸੀ, ਕਿਉਂਕਿ ਇਸ ਦੇ ਚਾਰੇ ਪਾਸੇ 387 ਫੁੱਟ ਉੱਚੀ ਦੀਵਾਰ ਸੀ, ਜਿਸ ਦੀ ਮੋਟਾਈ 87 ਫੁੱਟ ਸੀ, ਅਤੇ ਉਹ ਇੱਕ ਰਾਤ ਵਿੱਚ ਹੀ ਡਿੱਗ ਪਿਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਯਿਸੂ ਦਾ ਰਾਜ ਸਦਾ ਕਾਲ ਦਾ ਹੈ ਅਤੇ ਉਹ ਕਦੇ ਖਤਮ ਨਹੀਂ ਹੋਵੇਗਾ। ਭਾਗ ਕੱਕਾ, ਮਸੀਹ ਦੇ ਰਾਜ ਨੂੰ ਜਿੱਤਿਆ ਨਹੀਂ ਜਾ ਸਕਦਾ। ਅੰਤ ਵਿੱਚ ਸ਼ਾਸਤਰ ਦੱਸਦਾ ਹੈ ਕਿ ਇਸ ਰਾਜ ਨੂੰ ਜਿੱਤਿਆ ਨਹੀਂ ਜਾ ਸਕਦਾ, ਜਦ ਕਿ ਜਗਤ ਦੇ ਰਾਜ ਕਦੇ ਕਿਸੇ ਦੇ ਦੁਆਰਾ ਅਤੇ ਕਦੇ ਕਿਸੇ ਦੇ ਦੁਆਰਾ ਜਿੱਤੇ ਜਾਂਦੇ ਹਨ। ਸ਼ਾਸਤਰ ਦੱਸਦਾ ਹੈ ਕਿ ਉਸ ਦਾ ਰਾਜ ਕਦੇ ਨਾਸ਼ ਨਹੀਂ ਹੋਵੇਗਾ। ਉਸ ਨੂੰ ਕੌਣ ਨਾਸ਼ ਕਰਨ ਜਾ ਰਿਹਾ ਹੈ? ਕੌਣ ਰਾਜਾ ਯਿਸੂ ਦਾ ਵਿਰੋਧੀ ਹੈ? ਕੌਣ ਉਸ ਦੇ ਰਾਜ ਵਿੱਚ ਡਰ ਪੈਦਾ ਕਰਨ ਜਾ ਰਿਹਾ ਹੈ? ਕੋਈ ਵੀ ਨਹੀਂ। ਇਹ ਕਦੇ ਨਾਸ਼ ਨਾ ਹੋਵੇਗਾ। ਤੁਸੀਂ ਜਾਣਦੇ ਹੋ ਦਾਨੀਏਲ ਤੁਹਾਨੂੰ ਕੀ ਸਿਖਾਉਣਾ ਚਾਹੁੰਦਾ ਸੀ? ਕਿ ਅਸੀਂ ਆਪਣੇ ਚਾਰੇ ਪਾਸੇ ਦੇ ਮਨੁੱਖਾਂ ਦੇ ਰਾਜ ਨੂੰ ਵੇਖ ਲਈਏ। ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਜਾਣ ਲਈਏ ਕਿ ਕਦੇ ਮਨੁੱਖਾਂ ਦੇ ਰਾਜ ਯਿਸੂ ਮਸੀਹ ਦੇ ਰਾਜ ਦੀ ਮਹਾਨਤਾ ਦਾ ਮੁਕਾਬਲਾ ਕਰ ਸਕਦੇ ਹਨ। ਜਦ ਅਸੀਂ ਵੇਖਦੇ ਹਾਂ ਕਿ ਯਿਸੂ ਆਪਣੀ ਭਰਪੂਰ ਮਹਿਮਾ ਵਿੱਚ ਹੈ, ਅਤੇ ਜਦ ਜਾਣ ਜਾਂਦੇ ਹਾਂ ਕਿ ਭਵਿੱਖ ਵਿੱਚ ਆ ਰਿਹਾ ਹੈ, ਅਤੇ ਜਗਤ ਦੇ ਸਾਰੇ ਰਾਜ ਉਸ ਦੇ ਅਧੀਨ ਹੋ ਜਾਣਗੇ। ਇੱਕ ਨਵਾਂ ਰਾਜ ਆ ਰਿਹਾ ਹੈ। ਮਨੁੱਖਤਾ ਦੀ ਇੱਕ ਤਸਵੀਰ ਸਾਹਮਣੇ ਹੈ। ਧਰਤੀ ਦੇ ਦਰਿੰਦੇ ਰਾਜ ਅਤੇ ਦੇਸ਼, ਜਿਨ੍ਹਾਂ ਦਾ ਇਤਿਹਾਸ ਖੂਨ ਅਤੇ ਹੰਝੂਆਂ ਨਾਲ ਲਿਖਿਆ ਗਿਆ ਹੈ। ਪਾਪ ਦਾ ਲੰਮਾ ਸਮੇਂ ਅਤੇ ਸ਼ੈਤਾਨ ਨੇ ਧਰਤੀ ਨੂੰ ਲਹੂ ਅਤੇ ਹੱਡੀਆਂ ਨਾਲ ਭਰ ਦਿੱਤਾ ਸੀ, ਉਹ ਖਤਮ ਹੋਣ ਜਾ ਰਿਹਾ ਹੈ। ਇੱਕ ਨਵਾਂ ਦਿਨ ਅਤੇ ਨਵਾਂ ਰਾਜ ਆਉਣ ਵਾਲਾ ਹੈ। ਪੂਰੇ ਜਗਤ ਵਿੱਚ ਅਮਨ ਅਤੇ ਸ਼ਾਂਤੀ ਸਥਾਪਿਤ ਹੋ ਜਾਵੇਗੀ, ਅਤੇ ਜਗਤ ਦੇ ਸਾਰੇ ਦੇਸ਼ ਉਸ ਦੀ ਟਹਿਲ ਅਤੇ ਸੇਵਾ ਕਰਨਗੇ। ਆਮੀਨ, ਆਮੀਨ। ਜਦ ਤੁਸੀਂ ਸਮਝ ਜਾਂਦੇ ਹੋ ਕਿ ਪਰਮੇਸ਼ਰ ਕੋਲ ਉਹਨਾਂ ਲਈ ਬਹੁਤ ਕੁਝ ਹੈ ਜੋ ਉਸ ਨੂੰ ਪ੍ਰੇਮ ਕਰਦੇ ਹਨ, ਇਹ ਗੱਲ ਤੁਹਾਨੂੰ ਸਮਝਣ ਵਿੱਚ ਸਹਾਇਤਾ ਕਰਦੀ ਹੈ ਕਿ ਅੱਜ ਸਾਡੇ ਸੰਸਾਰ ਵਿੱਚ ਕੀ ਹੋ ਰਿਹਾ ਹੈ, ਅਤੇ ਯਹੂਨਾ ਦੇ ਨਾਲ ਅਸੀਂ ਵੀ ਆਖੀਏ, ਆ ਪ੍ਰਭੂ ਯਿਸੂ ਆ। ਅਤੇ ਆਪਣੇ ਦਿਲਾਂ ਵਿੱਚ ਜੋ ਮਸੀਹ ਹਨ, ਇਸ ਗੱਲ ਲਈ ਬਹੁਤ ਖੁਸ਼ ਹਨ ਕਿ ਉਸ ਦੇ ਕੋਲ ਸਾਡੇ ਲਈ ਬਹੁਤ ਕੁਝ ਹੈ, ਜੋ ਉਸ ਨੂੰ ਪਿਆਰ ਕਰਦੇ ਹਨ। ਉਹ ਪਹਿਲਾਂ ਹੀ ਆਪਣੇ ਦਿਲ ਵਿੱਚ ਮਸੀਹ ਦੇ ਰਾਜ ਦਾ ਅਹਿਸਾਸ ਕਰ ਚੁੱਕੇ ਹਨ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਯਿਸੂ ਤੁਹਾਡੇ ਦਿਲ ਅਤੇ ਤੁਹਾਡੇ ਜੀਵਨ ਵਿੱਚ ਰਾਜਾ ਨਹੀਂ, ਤਾਂ ਤੁਸੀਂ ਭਵਿੱਖ ਦੇ ਬਾਰੇ ਸੋਚੋ ਅਤੇ ਇਹ ਅਹਿਸਾਸ ਕਰੋ ਕਿ ਤੁਸੀਂ ਦੂਸਰੇ ਪਾਸੇ ਅੱਗ ਲਈ ਪਰਮੇਸ਼ਰ ਦੇ ਨਿਆਂ ਵਿੱਚ ਹੋ। ਜੇ ਤੁਸੀਂ ਉਸ ਦਾ ਇਨਕਾਰ ਕਰ ਚੁੱਕੇ ਹੋ, ਆਪਣੇ ਦਿਲ ਵਿੱਚ ਉਸ ਦਾ ਡਰ ਲੈ ਆਓ, ਅਤੇ ਇਸ ਦਾ ਕੋਈ ਕਾਰਨ ਨਹੀਂ ਹੈ ਕਿ ਕਿਉਂ ਹਰੇਕ ਨੂੰ ਉਸ ਦੇ ਆਉਣ ਦੇ ਬਾਰੇ ਡਰਨਾ ਚਾਹੀਦਾ ਹੈ। ਉਸ ਨੇ ਜੋ ਕੁਝ ਸਲੀਬ ਉੱਤੇ ਕੀਤਾ, ਅਤੇ ਇਸ ਦੇ ਕਾਰਨ ਜਿਨ੍ਹਾਂ ਨੇ ਉਸ ਨੂੰ ਆਪਣੇ ਦਿਲ ਦੇ ਸਿਆਸਨ ਤੇ ਬਿਠਾ ਲਿਆ ਹੈ ਅਤੇ ਉਮੀਦ ਨਾਲ ਉਸ ਦੇ ਆਉਣ ਦੀ ਆਸ ਕਰ ਰਹੇ ਹਨ, ਉਸ ਨੇ ਇਹ ਹਰੇਕ ਇਨਸਾਨ ਲਈ ਸੰਭਵ ਕਰ ਦਿੱਤਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ।
ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ ਵਿੱਚੋਂ 7ਵੇਂ ਅਧਿਆਇ ਦੀ 9 ਤੋਂ 14 ਆਇਤਾਂ ਤੱਕ ਦਾ ਅਧਿਐਨ ਕਰ ਰਹੇ ਸੀ। ਅਸੀਂ ਦਾਨੀਏਲ ਨਬੀ ਦੇ ਸੁਪਨੇ ਦੇ ਉੱਤੇ ਗੌਰ ਕਰ ਰਹੇ ਹਾਂ, ਜਿਸ ਦੇ ਵਿੱਚ ਉਹ ਸਮੇਂ ਦੇ ਪ੍ਰਾਚੀਨ ਬਾਰੇ ਦੱਸ ਰਿਹਾ। ਅੱਜ ਅਸੀਂ ਸਮੇਂ ਦੇ ਪ੍ਰਾਚੀਨ ਯਾਨੀ ਕਿ ਪਰਮੇਸ਼ਰ ਦੀ ਪ੍ਰਭੂਤਾ ਦੇ ਬਾਰੇ ਜਾਣਿਆ। ਅਸੀਂ ਜਾਣਿਆ ਕਿ ਪਰਮੇਸ਼ਰ ਦੇ ਕੋਲ ਸਾਡੇ ਸਾਰਿਆਂ ਦਾ ਲੇਖਾ ਜੋਖਾ ਹੈ। ਉਹ ਸਾਡੀ ਮੁਸੀਬਤਾਂ ਅਤੇ ਹੰਝੂਆਂ ਦਾ ਵੀ ਲੇਖਾ ਰੱਖਦਾ ਹੈ। ਅਸੀਂ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਨੂੰ ਵੇਖਿਆ ਕਿ ਉਹ ਕਿਵੇਂ ਆਪਣੇ ਜਲਾਲੀ ਤਖਤ ਤੇ ਬੈਠ ਕੇ ਨਿਆਂ ਕਰਦਾ ਹੈ ਅਤੇ ਸਵਰਗਦੂਤਾਂ ਦੀ ਇੱਕ ਵੱਡੀ ਭੀੜ ਹਮੇਸ਼ਾ ਉਸ ਦੀ ਉਸਤਤ ਕਰਦੀ ਰਹਿੰਦੀ ਹੈ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਦਰਿੰਦੇ ਦੇ ਬਾਰੇ ਵੀ ਜਾਣਿਆ ਜਿਹਨੂੰ ਮਸੀਹ ਵਿਰੋਧੀ ਕਿਹਾ ਜਾਂਦਾ ਹੈ। ਅਸੀਂ ਪਰਮੇਸ਼ਰ ਦੀ ਪ੍ਰਭੂਤਾ ਨੂੰ ਵੇਖਿਆ ਅਤੇ ਜਾਣਿਆ ਕਿ ਅਖੀਰ ਦੇ ਵਿੱਚ ਉਹ ਮਾਰਿਆ ਗਿਆ ਤੇ ਅੱਗ ਦੇ ਵਿੱਚ ਸੁੱਟਿਆ ਗਿਆ। ਅਸੀਂ ਜਾਣਿਆ ਕਿ ਇਹ ਉਹ ਪਹਿਲਾ ਵਿਅਕਤੀ ਸੀ ਜਿਸ ਨੂੰ ਨਰਕ ਦੀ ਅੱਗ ਵਿੱਚ ਸੁੱਟਿਆ ਗਿਆ ਅਤੇ ਉਹਦੇ ਨਾਲ ਝੂਠੇ ਨਬੀ ਵੀ ਅੱਗ ਦੀ ਝੀਲ ਦੇ ਵਿੱਚ ਸੁੱਟ ਦਿੱਤੇ ਗਏ। ਇਸ ਤੋਂ ਬਾਅਦ ਅਸੀਂ ਸਵਰਗ ਦੇ ਵਿੱਚ ਮਨੁੱਖ ਦੇ ਪੁੱਤਰ ਦੇ ਬਾਰੇ ਗੌਰ ਕੀਤਾ, ਕਿਉਂਕਿ ਮਨੁੱਖ ਦਾ ਪੁੱਤਰ ਹੁਣ ਇਸ ਜਗਤ ਦਾ ਨਿਆਂ ਕਰਨ ਦੇ ਲਈ ਪਰਮੇਸ਼ਵਰ ਦੇ ਸਾਹਮਣੇ ਪੇਸ਼ ਹੁੰਦਾ ਹੈ। ਅਸੀਂ ਜਾਣਿਆ ਕਿ ਯਿਸੂ ਮਸੀਹ ਦਾ ਨਾਮ ਹੀ ਭਵਿੱਖਬਾਣੀ ਦੇ ਸੰਦੇਸ਼ ਵਿੱਚ ਮਨੁੱਖ ਦਾ ਪੁੱਤਰ ਕਰਕੇ ਸੱਦਿਆ ਜਾਂਦਾ ਹੈ। ਜਦੋਂ ਉਸ ਨੂੰ ਪਰਮੇਸ਼ਵਰ ਦਾ ਪੁੱਤਰ ਕਿਹਾ ਜਾਂਦਾ ਹੈ ਤਾਂ ਇਹ ਉਸ ਦੀ ਪ੍ਰਭੂਤਾ ਹੈ। ਜਦੋਂ ਉਸ ਨੂੰ ਦਾਊਦ ਦਾ ਪੁੱਤਰ ਕਿਹਾ ਜਾਂਦਾ ਹੈ ਤਾਂ ਇਹ ਉਸ ਦੀ ਬਾਦਸ਼ਾਹਤ ਹੈ। ਜਦੋਂ ਉਸ ਨੂੰ ਮਨੁੱਖ ਦਾ ਪੁੱਤਰ ਕਿਹਾ ਜਾਂਦਾ ਹੈ ਤਾਂ ਇਹ ਉਸ ਦੀ ਮਨੁੱਖਤਾ ਹੈ। ਅਸੀਂ ਜਾਣਿਆ ਕਿ ਪਰਮੇਸ਼ਵਰ ਨੇ ਸਭ ਕੁਝ ਪ੍ਰਭੂ ਯਿਸੂ ਮਸੀਹ ਜੀ ਦੇ ਅਧੀਨ ਕਰ ਦਿੱਤਾ ਅਤੇ ਉਹ ਹੁਣ ਸਦਾ ਕਾਲ ਦੇ ਲਈ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੇ ਵੀ ਅੰਤ ਨਹੀਂ ਹੋਏਗਾ। ਇਸ ਤੋਂ ਬਾਅਦ ਅਸੀਂ ਮਸੀਹ ਦੇ ਰਾਜ ਦੀ ਵਿਸ਼ੇਸ਼ਤਾਵਾਂ ਨੂੰ ਜਾਣਿਆ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਅੱਜ ਦੇ ਇਸ ਵਚਨ ਵਾਸਤੇ ਕਿ ਤੁਸੀਂ ਪਿਤਾ ਪਰਮੇਸ਼ਰ ਇੱਕ ਵਾਰ ਫਿਰ ਤੋਂ ਸਾਡੇ ਉੱਤੇ ਕਿਰਪਾ ਕੀਤੀ, ਆਪਣੇ ਵਚਨ ਦੇ ਭੇਤਾਂ ਨੂੰ ਸਾਡੇ ਉੱਤੇ ਪ੍ਰਗਟ ਕੀਤਾ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਅੱਜ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਪ੍ਰਭੂਤਾ ਦੇ ਬਾਰੇ ਸਿਖਾਉਣ ਵਾਸਤੇ। ਅਸੀਂ ਜਾਣਿਆ ਕਿ ਸਭ ਤੋਂ ਵੱਡਾ, ਸਭ ਤੋਂ ਮਹਾਨ, ਸਭ ਤੋਂ ਸਰਵ ਸ਼ਕਤੀਮਾਨ ਅਗਰ ਕੋਈ ਹੈ ਤਾਂ ਉਹ ਸਾਡਾ ਪਰਮੇਸ਼ਵਰ ਯਹੋਵਾ ਹੈ। ਔਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਤੁਸੀਂ ਸਾਡੇ ਉੱਤੇ ਇਸ ਗੱਲਾਂ ਨੂੰ ਪ੍ਰਗਟ ਕੀਤਾ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਝੁਕੀਏ ਅਤੇ ਉਹਦੀ ਸਜਦਾ ਕਰੀਏ, ਉਹਦੀ ਉਸਤਤ ਕਰੀਏ ਔਰ ਉਸ ਦੇ ਨਾਮ ਨੂੰ ਉੱਚਾ ਕਰੀਏ। ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਇਸ ਵਚਨ ਦੇ ਦੁਆਰਾ ਸਾਨੂੰ ਵੱਡੀ ਬਰਕਤ ਦਿੱਤੀ। ਸਾਰੀ ਚੀਜ਼ਾਂ ਦੇ ਲਈ ਪਿਤਾ ਪਰਮੇਸ਼ਰ ਤੁਹਾਡੇ ਨਾਮ ਨੂੰ ਮਹਿਮਾ ਮਿਲੇ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।